ਨੀਤ ਤੇ ਨੀਤੀ ਦੇ ਵਿੱਚ ਕੋਈ ਫਰਕ ਨਹੀਂ। ਸਾਡੀ ਕਮਿਟਮੈਂਟ ਇਹ ਆ ਕਿ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ। ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੀ ਸਰਕਾਰ ਦੇ ਹੁੰਦਿਆਂ ਉਹਨਾਂ ਦੇ ਗਰੇਬਾਂ ਨੂੰ ਹੱਥ ਪਏਗਾ ਔਰ ਉਹ ਦੋਸ਼ੀ ਸਲਾਖਾਂ ਦੇ ਪਿੱਛੇ ਜਾਣਗੇ। ਬੀਜੇਪੀ ਦਾ ਸੀਬੀਆਈ ਉਹਦੇ ਕੋਲੋਂ ਕਲੋਜ਼ਰ ਰਿਪੋਰਟ ਤੇ ਇਹਨਾਂ ਨੇ ਖੁਦ ਦਵਾਈ ਹੈ ਔਰ ਉਹਦੇ ਬਾਅਦ ਫਿਰ ਬਾਰ-ਬਾਰ ਕੋਰਟਾਂ ਦੇ ਵਿੱਚ ਸੀਬੀਆਈ ਨੇ ਐਫਰਟਸ ਕੀਤੀਆਂ ਕਿ ਕੇਸ ਕੈਂਸਲ ਹੈ ਜੀ, ਕੇਸ ਦੇ ਪੱਲੇ ਕੁਝ ਨਹੀਂ ਜੀ, ਕੋਈ ਦੋਸ਼ੀ ਹੈ ਹੀ ਨਹੀਂ ਜੀ, ਬਰਗਾੜੀ ਕਾਂਡ ਹੋਇਆ ਹੀ ਨਹੀਂ ਜੀ, ਬਾਈਬਲ ਕਲਾ ਕਾਂਡ ਹੋਇਆ ਹੀ ਨਹੀਂ ਜੀ। ਅਸਲ ਇਹ ਸਾਰਾ ਪਵਾੜਾ ਜਿਹੜਾ ਪਾਇਆ ਹੈ ਤੇ ਅਕਾਲੀ ਦਲ ਦਾ ਪਾਇਆ ਪਵਾੜਾ ਹੈ ਨਾ। ਔਰ ਅੱਜ ਉਹ ਕਹਿ ਰਿਹਾ ਮੁੱਖ ਮੰਤਰੀ ਅਸਤੀਫਾ ਦੇ। ਭਾਈ ਜਦੋਂ ਬਰਗਾੜੀ ਕਾਂਡ ਬਾਈਬਲ ਕਲਾ ਕਾਂਡ ਹੋਇਆ ਸੀ ਉਦੋਂ ਇਨਸਾਫ ਨਹੀਂ ਮਿਲਿਆ ਸੀ ਤੇ ਕੀ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ? ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ? ਬਈ ਤੁਸੀਂ ਜਿਹੜਾ ਨਾਟਕ ਕਰ ਰਹੇ ਹੋ, ਦੋਸ਼ੀ ਤੁਸੀਂ ਹੋ। ਕਾਂਗਰਸ ਵਿੱਚ ਅਸਤੀਫਿਆਂ ਦੀ ਚਰਚਾ ਹੈ ਤੇ SIT ਦੀ ਜਿਹੜੀ ਜਾਂਚ ਖਾਰਿਜ ਹੋਈ ਉਸ ਤੋਂ ਬਾਅਦ ਗੋਲੀ ਕਾਂਡ ਜਾਂ ਬੇਅਦਬੀਆਂ ਦਾ ਇਨਸਾਫ, ਇਸ ਨੂੰ ਲੈ ਕੇ ਚਰਚਾ ਕਾਂਗਰਸ ਵਿੱਚ ਅੰਦਰਖਾਨੇ ਵੀ ਹੋ ਰਹੀ ਹੈ, ਬਾਹਰ ਵੀ ਬਹੁਤ ਸਾਰੀ ਚਰਚਾ ਹੋ ਰਹੀ ਹੈ। ਅੰਦਰਖਾਨੇ ਜਿਹੜੀ ਚਰਚਾ ਹੋਈ ਅਸਤੀਫਿਆਂ ਦੀ, ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਤੇ MLA ਨੇ ਰਾਜਕੁਮਾਰ ਵੇਰਕਾ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵੇਰਕਾ ਸਾਹਿਬ ਸਵਾਗਤ ਹੈ। ਵੇਰਕਾ ਜੀ, ਇਹ ਜਿਹੜੀ ਅਸਤੀਫਿਆਂ ਦੀ ਹਲਚਲ ਹੋ ਰਹੀ ਹੈ, ਪਹਿਲਾਂ ਤਾਂ ਕਹਿ ਰਹੇ ਕਿ ਅਸਤੀਫੇ ਦਿੱਤੇ ਗਏ, ਫਿਰ ਫਾੜ ਦਿੱਤੇ ਗਏ, ਫਿਰ ਜਦੋਂ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਉਹ ਡਿਨਾਈ ਕਰ ਦਿੰਦੇ ਨੇ। ਕੁੱਲ ਮਿਲਾ ਕੇ ਕਾਂਗਰਸ ਚੱਲ ਕੀ ਰਿਹਾ ਹੈ? ਦੇਖੋ, ਪਹਿਲੀ ਗੱਲ ਇਹ ਕਿ ਜਿਹੜੀ ਕੈਬਨਿਟ ਦੀ ਮੀਟਿੰਗ ਸੀ, ਬਹੁਤ ਸਾਰੇ ਸਾਡੇ ਸਾਥੀਆਂ ਦੇ ਜਜ਼ਬਾਤ, ਜਿਹਨੂੰ ਤੁਸੀਂ ਅਸਤੀਫੇ ਦੇ ਰੂਪ 'ਚ ਕਹਿ ਰਹੇ ਹੋ ਜਾਂ ਤੁਸੀਂ ਇਹ ਗੱਲ ਕਹਿ ਰਹੇ ਹੋ, ਲੇਕਿਨ ਮੈਂ ਸਮਝਦਾ ਕਿ ਉਹਨਾਂ ਦੇ ਜਜ਼ਬਾਤ ਸੀਗੇ ਔਰ ਇਹ ਜਜ਼ਬਾਤ ਪੂਰੇ ਦੇਸ਼ ਦੇ ਲੋਕਾਂ ਦੇ ਹੈ, ਪੰਜਾਬ ਦੇ ਲੋਕਾਂ ਦੇ ਵੀ ਹੈ। ਸਾਡੀ ਪਾਰਟੀ ਦੇ ਅੰਦਰ ਡੈਮੋਕ੍ਰੇਸੀ ਹੈ, ਹਰ ਇੱਕ ਆਦਮੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਅਸੀਂ ਡਿਸਕਸ਼ਨ ਵੀ ਕਰਦੇ ਹਾਂ, ਡਿਬੇਟ ਵੀ ਕਰਦੇ ਹਾਂ ਅਤੇ ਕਈ ਵਾਰੀ ਹੋਰ ਡਿਬੇਟ ਵੀ ਹੁੰਦੀ ਹੈ। ਔਰ ਜਿੱਥੋਂ ਤੱਕ ਉਹਨਾਂ ਦੇ ਸੈਂਟੀਮੈਂਟ ਦਾ ਸਵਾਲ ਸੀਗਾ, ਜਦੋਂ ਇਹ ਸਾਰੀਆਂ ਚਰਚਾਵਾਂ ਸਾਹਮਣੇ ਆਈਆਂ, ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਕਿ ਕਿਉਂ ਨਾ ਸਾਰਿਆਂ ਦੀ ਰਾਏ ਲੈ ਲਈ ਜਾਵੇ। ਅੱਜ 30 ਤੋਂ 35 MLAs ਨੇ ਮੁੱਖ ਮੰਤਰੀ ਜੀ ਨਾਲ ਮੀਟਿੰਗ ਕੀਤੀ ਹੈ। ਬਾਕੀ ਰਹਿੰਦੇ MLA ਕੱਲ੍ਹ ਮੀਟਿੰਗ ਕਰਨਗੇ। ਉਹਦੇ ਬਾਅਦ ਮੁੱਖ ਮੰਤਰੀ ਜੀ ਜਿਹੜੇ ਸਾਡੇ ਕਾਨੂੰਨੀ ਮਾਹਰ ਹੈ, ਉਹ ਸੁਪਰੀਮ ਕੋਰਟ ਦੇ ਕੁਝ ਰਿਟਾਇਰ ਜੱਜਸ ਨਾਲ ਡਿਸਕਸ ਕਰਨਗੇ। ਉਹ ਸੁਪਰੀਮ ਕੋਰਟ ਦੇ ਕੁਝ ਵਕੀਲਾਂ ਦੇ ਪੈਨਲ ਨਾਲ ਡਿਸਕਸ ਕਰਨਗੇ ਕਿ ਇਹ ਕੇਸ ਨੂੰ ਅਸੀਂ ਸਾਰੇ ਫਾਸਟ ਟਰੈਕ 'ਚ ਚਾਹੁੰਦੇ ਹਾਂ। ਔਰ ਕਿਉਂਕਿ 3 ਸਾਲ ਪਹਿਲੇ ਅਕਾਲੀ BJP ਦੀ ਸਰਕਾਰ ਨੇ CBI ਦੇ ਕੋਲ ਕੇਸ ਨੂੰ ਉਲਝਾਈ ਰੱਖਿਆ, ਪੰਜਾਬ ਸਰਕਾਰ ਨੇ ਬੜੀ ਮਿਹਨਤ ਦੇ ਨਾਲ ਪਹਿਲੇ ਹਾਈ ਕੋਰਟ 'ਚ ਗਏ, ਫਿਰ ਸੁਪਰੀਮ ਕੋਰਟ 'ਚ ਲੜਾਈ ਲੜੀ ਔਰ ਇਹ ਕੇਸ ਨੂੰ ਵਾਪਸ ਲੈ ਕੇ ਆਏ ਆ। ਜਿੱਥੋਂ ਤੱਕ ਇਹ ਸਿੱਟ ਦੀ ਰਿਪੋਰਟ ਖਾਰਜ ਹੋਣ ਦਾ ਸਵਾਲ ਹੈ, ਔਰ ਉਹਨਾਂ ਨੇ ਵਿਦਨ ਦਾ 6 ਮੰਥ ਉਹਨਾਂ ਨੇ ਆਪਣਾ ਚਲਾਨ ਜਿਹੜਾ ਇਹ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ। ਔਰ ਇਹ ਸਰਕਾਰ ਦੁਆਰਾ ਤਿਆਰ ਕੀਤਾ ਚਲਾਨ ਨਹੀਂ, ਇਹ ਹਾਈ ਕੋਰਟ ਦੁਆਰਾ ਗਠਿਤ ਜਿਹੜੀ ਇਨਵੈਸਟੀਗੇਸ਼ਨ ਟੀਮ ਸੀ ਉਹਨੇ ਤਿਆਰ ਕਰਕੇ ਦਿੱਤਾ ਹੈ। ਔਰ ਉਹਦੇ 'ਤੇ ਕਿੰਤੂ ਪਰੰਤੂ ਹੋਏ, ਸਵਾਲੀਆ ਨਿਸ਼ਾਨ ਲੱਗੇ, ਜਿਹਦੇ 'ਤੇ ਸਵਾਲ ਸਾਡੇ ਵੀ ਸਾਥੀਆਂ ਨੇ ਕੀਤੇ ਆ, ਵਿਰੋਧੀ ਵੀ ਕਰ ਰਹੇ ਹੈ ਅਤੇ ਕੁਛ ਜਿਹੜੇ ਹੈ ਉਹ ਹਾਈ ਕੋਰਟ ਦੇ ਵਿੱਚ ਵੀ ਟਿੱਪਣੀਆਂ ਸਾਹਮਣੇ ਆਈਆਂ। ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਜੀ ਨੇ ਇਸ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਜਿਹੜੇ ਸਾਡੇ ਸਾਹਮਣੇ ਨਵੇਂ ਚੈਲੰਜ ਆਏ ਹੈ, ਸਾਡੇ ਸਾਹਮਣੇ ਨਵੀਆਂ ਸਮੱਸਿਆਵਾਂ ਆਈਆਂ ਹੈ, ਇਹਨੂੰ ਕਿਸ ਤਰ੍ਹਾਂ ਨਿਪਟਿਆ ਜਾਣਾ ਚਾਹੀਦਾ ਹੈ ਜਾਂ ਇਹਦੇ ਵਾਸਤੇ ਸਾਨੂੰ ਕੀ ਉਪਰਾਲਾ ਕਰਨਾ ਚਾਹੀਦਾ ਹੈ। ਔਰ ਸਾਡੀ ਜਿਹੜੀ ਨੀਤ ਤੇ ਨੀਤੀ ਦੇ ਵਿੱਚ ਕੋਈ ਫਰਕ ਨਹੀਂ। ਸਾਡੀ ਕਮਿਟਮੈਂਟ ਇਹ ਆ ਕਿ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ। ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੀ ਸਰਕਾਰ ਦੇ ਹੁੰਦਿਆਂ ਉਹਨਾਂ ਦੇ ਗਰੇਬਾਂ ਨੂੰ ਹੱਥ ਪਏਗਾ ਔਰ ਉਹ ਦੋਸ਼ੀ ਸਲਾਖਾਂ ਦੇ ਪਿੱਛੇ ਜਾਣਗੇ। BJP ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਕਹਿ ਰਹੇ ਨੇ ਕਿ ਵਿਧਾਇਕਾਂ ਦੇ ਨਾਲ ਮੀਟਿੰਗ ਇਸ ਕਰਕੇ ਹੋ ਰਹੀ ਹੈ ਕਿ ਜਨਤਾ ਵਿੱਚ ਜਾ ਕੇ ਬਰੀਫ ਕੀ ਕਰਨਾ ਹੈ ਅਤੇ ਦੋਸ਼ੀ ਹੈ ਕੌਣ, ਇਹ ਕਿਵੇਂ ਲੱਭਿਆ ਜਾਵੇਗਾ। ਬਈ ਪਹਿਲੀ ਗੱਲ ਹੈ ਕਿ ਉਹਨਾਂ ਨੂੰ ਬੋਲਣ ਦਾ ਅਧਿਕਾਰ ਹੈ ਹੀ ਨਹੀਂ। ਅੱਜ BJP ਵਾਲੇ ਇਹ ਤਾਂ ਦੱਸਦੇ ਨਾ ਕਿ 3 ਸਾਲ ਤੱਕ ਇਹ ਕਿਹਦੇ ਕਹਿਣ 'ਤੇ CBI ਦੇ ਵਿੱਚ ਕੇਸ ਲਟਕਾਈ ਰੱਖਿਆ ਅਤੇ CBI ਦੇ ਕੋਲੋਂ ਕਲੋਜ਼ਰ ਰਿਪੋਰਟ ਕਿਹਨੇ ਦਵਾਈ? ਜਿਹੜਾ ਤੋਤਾ ਹੈਗਾ BJP ਦਾ CBI, ਉਹਦੇ ਕੋਲੋਂ ਕਲੋਜ਼ਰ ਰਿਪੋਰਟ ਤੇ ਇਹਨਾਂ ਨੇ ਖੁਦ ਦਵਾਈ ਹੈ
ਔਰ ਉਹਦੇ ਬਾਅਦ ਫਿਰ ਬਾਰ-ਬਾਰ ਕੋਰਟਾਂ ਦੇ ਵਿੱਚ CBI ਨੇ ਐਫਰਟਸ ਕੀਤੀਆਂ ਕਿ ਕੇਸ ਕੈਂਸਲ ਹੈ ਜੀ, ਕੇਸ ਦੇ ਪੱਲੇ ਕੁਝ ਨਹੀਂ ਜੀ, ਕੋਈ ਦੋਸ਼ੀ ਹੈ ਹੀ ਨਹੀਂ ਜੀ, ਬਰਗਾੜੀ ਕਾਂਡ ਹੋਇਆ ਹੀ ਨਹੀਂ ਜੀ, ਬਾਈਬਲ ਕਲਾ ਕਾਂਡ ਹੋਇਆ ਹੀ ਨਹੀਂ ਜੀ। ਉਹ ਕੇਸ ਜਿਹੜੇ ਸੀਗੇ ਉਹ ਤੇ ਸਾਡੀ ਸਰਕਾਰ ਦੀ ਕਮਿਟਮੈਂਟ ਜਿਹੜੀ ਹੈ ਉਹ ਅੱਜ ਵੀ ਅਸੀਂ ਕਾਇਮ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਸਿੱਟੇ ਤੱਕ ਪਹੁੰਚਾਂਗੇ, ਦੋਸ਼ੀਆਂ ਦੇ ਗਿਰੇਬਾਂ ਤੱਕ ਪਹੁੰਚਾਂਗੇ, ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ, ਚਾਹੇ ਕਿਸੇ ਵੀ ਹੱਦ ਤੱਕ ਸਾਨੂੰ ਲੜਨਾ ਪਏ। ਪਰ ਇਹ ਸਾਰੀ ਚਰਚਾ ਜਿਹੜੀ ਹੈ ਹੁਣ ਇਲੈਕਸ਼ਨ ਈਅਰ ਤੋਂ ਪਹਿਲੇ ਹੀ ਕਿਉਂ ਹੋ ਰਹੀ ਹੈ? ਪਹਿਲੇ ਮਤਲਬ ਕੀ ਕੁਝ ਕਮੀਆਂ ਰਹਿ ਗਈਆਂ ਜੋ ਇਸ ਤਰੀਕੇ ਦੇ ਨਾਲ ਇਹ ਸਮਾਂ ਹੁਣ ਕਾਂਗਰਸ ਨੂੰ ਦੇਖਣਾ ਪੈ ਰਿਹਾ ਹੈ ਕਿ ਜਿਸ ਮੁੱਦੇ ਤੇ ਇਲੈਕਸ਼ਨ ਲੜਿਆ ਗਿਆ ਹੁਣ ਉਹ ਮੁੱਦਾ ਦੁਬਾਰਾ ਸਵਾਲ ਪੁੱਛ ਰਿਹਾ ਹੈ? ਦੇਖੋ, ਇਹ ਕੇਸ ਨੂੰ ਪੰਜਾਬ ਪੁਲਿਸ ਕੋ ਟਰਾਂਸਫਰ ਹੋਏ 1 ਸਾਲ ਤੋਂ ਵੀ ਘੱਟ ਦਾ ਸਮਾਂ ਹੋਇਆ ਔਰ 6 ਮਹੀਨਿਆਂ ਦੇ ਵਿੱਚ ਉਸ ਜਿਹੜੀ ਸਿੱਟ ਸੀ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਦਾ ਸੀਗਾ ਔਰ ਉਹ ਸਿੱਟ ਨੇ ਚਲਾਨ ਪੇਸ਼ ਕੀਤਾ ਹੈ। ਉਸ ਚਲਾਨ ਦੇ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ। ਹੁਣ ਇਸੇ ਲਈ ਤਾਂ ਅਸੀਂ ਇਹਦੇ ਵਾਸਤੇ ਭਾਈ ਜੇ ਚੈਲੰਜ ਸਾਡੇ ਸਾਹਮਣੇ ਆਇਆ ਅਸੀਂ ਦੁਬਾਰਾ ਤੋਂ ਇਹਦੇ ਪਿੱਛੇ ਲੱਗਾਂਗੇ। ਮੈਂ ਤੁਹਾਨੂੰ ਇਹ ਕਿਹਾ ਕਿ ਹਾਈ ਕੋਰਟ ਨੇ ਕਿਹਾ ਕਿ 6 ਮਹੀਨੇ ਦੇ ਵਿੱਚ ਇਹ ਕੇਸ ਦਾ ਨਿਪਟਾਰਾ ਹੋਵੇ। ਅਸੀਂ 6 ਮਹੀਨੇ ਤੋਂ ਪਹਿਲੇ ਚਾਹੁੰਦੇ ਹਾਂ, ਇਸੇ ਲਈ ਸਾਰਿਆਂ ਦੀ ਰਾਏ ਲੈ ਰਹੇ ਆ ਔਰ ਸਾਡੀ ਕੋਸ਼ਿਸ਼ ਹੈ ਕਿ 2-3 ਮਹੀਨਿਆਂ ਦੇ ਵਿੱਚ ਇਹ ਕੇਸ ਦਾ ਨਿਪਟਾਰਾ ਹੋਵੇ ਔਰ ਜਿਹੜੇ ਵੀ ਕੋਈ ਦੋਸ਼ੀ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਸਿੱਧੂ ਸਾਹਿਬ ਬਾਰ-ਬਾਰ ਕਿਉਂ ਐਕਟਿਵ ਹੋ ਰਹੇ ਨੇ ਬੇਅਦਬੀ ਵਾਲੇ ਮਾਮਲਿਆਂ ਤੇ? ਉਹ ਕਹਿ ਰਹੇ ਨੇ ਕਿ ਸਿੱਟਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ। ਬਈ ਗੱਲ ਹੈਗੀ ਆ ਇਹ ਕਿ ਸਿੱਧੂ ਸਾਹਿਬ ਜਿਸ ਵਕਤ ਬੇਅਦਬੀ ਹੋਈ ਸੀ ਉਸ ਵਕਤ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਭੈਣ ਨਵਜੋਤ ਕੌਰ ਸਿੱਧੂ ਉਹ ਚੀਫ ਪਾਰਲੀਮੈਂਟ ਸੈਕਟਰੀ ਸੀਗੀ। ਉਸ ਵਕਤ ਵੀ ਸ਼ਾਇਦ ਉਹਨਾਂ ਨੂੰ ਇਸ਼ੂ ਉਠਾ ਲੈਣੇ ਚਾਹੀਦੇ ਸੀ। ਅੱਜ ਜਿਹੜੀ ਉਹ ਗੱਲ ਕਹਿ ਰਹੇ ਹੈ ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿਹੜੀ ਉਹ ਗੱਲ ਕਹਿ ਰਹੇ ਉਹ ਸਾਰੀ ਕਾਂਗਰਸ ਪਾਰਟੀ ਕਹਿ ਰਹੀ ਹੈ। ਅਸੀਂ ਸਾਰੇ ਹੀ ਕਹਿ ਰਹੇ ਹਾਂ ਕਿ ਦੋਸ਼ੀਆਂ ਨੂੰ ਸਜ਼ਾਵਾਂ ਜਲਦੀ ਮਿਲਣ। ਕੌਣ ਕਹਿ ਰਿਹਾ ਕਿ ਨਾ ਮਿਲਣ? ਔਰ ਮੈਂ ਮਹਿਸੂਸ ਕਰਦਾ ਕਿ ਮੁੱਖ ਮੰਤਰੀ ਜੀ ਇਸ ਦੇ ਵਾਸਤੇ ਬਹੁਤ ਗੰਭੀਰ ਹੈ ਔਰ ਗੰਭੀਰਤਾ ਨਾਲ ਲੈ ਰਹੇ ਹੈ ਔਰ ਅਸੀਂ ਬਿਲਕੁਲ ਅੰਜਾਮ ਤੱਕ ਪਹੁੰਚਾਂਗੇ ਜੀ। ਇੱਕ ਜਾਂਦੇ ਜਾਂਦੇ ਇਹ ਸਵਾਲ ਹੈ ਕਿ ਅਕਾਲੀ ਦਲ ਦੱਸ ਰਿਹਾ ਹੈ ਕਿ ਸਭ ਕੁਝ ਡਰਾਮਾ ਹੈ, ਜੋ ਅਸਤੀਫਿਆਂ ਦਾ ਡਰਾਮਾ ਹੋਇਆ ਹੈ ਕੈਬਨਿਟ ਦੀ ਮੀਟਿੰਗ। ਦੇਖੋ, ਅਕਾਲੀ ਦਲ ਬੇਤੁਕੀਆਂ ਗੱਲਾਂ ਕਰਦਾ ਹੈ। ਅਸਲ ਇਹ ਸਾਰਾ ਪਵਾੜਾ ਜਿਹੜਾ ਪਾਇਆ ਹੈ ਤੇ ਅਕਾਲੀ ਦਲ ਦਾ ਪਾਇਆ ਪਵਾੜਾ ਹੈ ਨਾ। ਔਰ ਅੱਜ ਉਹ ਕਹਿ ਰਿਹਾ ਮੁੱਖ ਮੰਤਰੀ ਅਸਤੀਫਾ ਦੇ। ਭਾਈ ਜਦੋਂ ਬਰਗਾੜੀ ਕਾਂਡ ਬਾਈਬਲ ਕਲਾਂ ਕਾਂਡ ਹੋਇਆ ਸੀ ਉਦੋਂ ਇਨਸਾਫ ਨਹੀਂ ਮਿਲਿਆ ਸੀ ਤੇ ਕੀ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ? ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ? ਬਈ ਤੁਸੀਂ ਜਿਹੜਾ ਨਾਟਕ ਕਰ ਰਹੇ ਹੋ ਦੋਸ਼ੀ ਤੁਸੀਂ ਹੋ ਔਰ ਇਹ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਸਾਰੇ ਕਾਰਨਾਮੇ ਕੀਤੇ ਕਰਾਏ ਆ ਉਹ ਸਵਾਲ ਪੁੱਛਦੇ ਆ, ਉਹਨਾਂ ਨੂੰ ਸਵਾਲ ਪੁੱਛਣ ਦਾ ਕੋਈ ਅਧਿਕਾਰ ਹੈ ਨਹੀਂ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਰਾਜਕੁਮਾਰ ਵਿਰਕਾ ਸਵਾਲ ਚੁੱਕ ਰਹੇ ਨੇ ਅਕਾਲੀ ਦਲ ਦੇ ਸਵਾਲਾਂ ਤੇ ਹੀ। ਕੈਮਰਾਮੈਨ ਅਮਨਦੀਪ ਦੇ ਨਾਲ ਸ਼੍ਰਮਿਤ, ਜਗਬਾਣੀ TV, ਚੰਡੀਗੜ੍ਹ।